रूस ਤੇ ਯੂਕਰੇਨ ਵਿੱਚ ਚੱਲ ਰਹੀ ਜੰਗ ਦੌਰਾਨ ਯੂਕਰੇਨ ਵਿੱਚ ਆਪਣੀ ਮੈਡੀਕਲ ਦੀ ਪੜ੍ਹਾਈ ਕਰਨ ਗਏ ਵਿਦਿਆਰਥੀਆਂ ਨੂੰ ਵਧੇਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਜਿਹੇ ਵਿੱਚ ਉਹਨਾਂ ਨੂੰ ਆਪਣੀ ਜਾਨ ਬਚਾ ਕੇ ਵਤਨ ਵਾਪਸੀ ਲਈ ਸਰਕਾਰਾਂ ਪਾਸੋਂ ਮੰਗ ਕੀਤੀ ਜਾ ਰਹੀ, ਜਿਸ ਦੇ ਚੱਲਦਿਆਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਅਮਲੋਹ ਦੇ ਵਾਰਡ ਨੰਬਰ 5 ਦੀ ਸ਼ਰੂਤੀ ਲੁਟਾਵਾ, ਜੋ ਵੀ ਪਿਛਲੇ 3 ਸਾਲਾਂ ਤੋਂ ਯੂਕਰੇਨ ਦੀ ਖਾਰਕਿਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿੱਚ MBBS ਦੀ ਪੜ੍ਹਾਈ ਕਰਨ ਗਈ ਸੀ ਤੇ ਹੁਣ ਆਪਣੇ ਘਰ ਪਹੁੰਚੀ ਹੈ, ਜਿਸ ਨਾਲ ਪਰਿਵਾਰ ਵਾਲਿਆਂ ਵਿੱਚ ਕਾਫੀ ਖੁਸ਼ੀ ਵੇਖਣ ਨੂੰ ਮਿਲੀ ਹੈ। ਸ਼ਰੂਤੀ ਲੁਟਾਵਾ ਨੇ ਆਪਣੀ ਹੱਡਬੀਤੀ ਦੱਸਦਿਆਂ ਕਿਹਾ ਕਿ ਯੂਕਰੇਨ ਵਿੱਚ रूस ਤੇ ਯੂਕਰੇਨ ਦੌਰਾਨ ਚੱਲ ਰਹੇ ਯੁੱਧ ਕਾਰਨ ਉਸ ਨੂੰ ਹੋਰਨਾਂ ਵਿਦਿਆਰਥੀਆਂ ਦੇ ਵਾਂਗ ਮੈਟਰੋ ਸਟੇਸ਼ਨ ਦੀ ਬੇਸਮੈਂਟ ਵਿੱਚ ਦਿਨ ਗੁਜ਼ਾਰਨੇ ਪਏ ਤੇ ਖਾਣ ਪੀਣ ਦੇ ਸਮਾਨ ਦੇ ਵੀ ਲਾਲੇ ਪੈ ਗਏ। ਉੱਥੇ ਹੀ ਸਰਦੀ ਜ਼ਿਆਦਾ ਹੋਣ ਕਾਰਨ ਬੱਚਿਆਂ ਕੋਲ ਗਰਮ ਕੱਪੜਿਆਂ ਦੀ ਵੀ ਘਾਟ ਸੀ। ਸ਼ਰੂਤੀ ਲੁਟਾਵਾ ਨੇ ਆਪਣੀ ਹੱਡਬੀਤੀ ਦੱਸਦਿਆਂ ਕਿਹਾ ਕਿ ਜਦੋਂ ਦਿਲ ਵਿੱਚ ਡਰ ਪੈਦਾ ਹੁੰਦਾ ਸੀ ਤਾਂ ਸਭ ਤੋਂ ਪਹਿਲਾਂ ਉਸ ਨੂੰ ਆਪਣੇ ਪਰਿਵਾਰ ਦੀ ਯਾਦ ਆਉਂਦੀ ਸੀ। ਉਹਨਾਂ ਦੱਸਿਆ ਕਿ ਲਗਾਤਾਰ 3 ਸਾਇਰਨ ਵੱਜਣ ਮਗਰੋਂ ਜ਼ਿੰਦਾ ਰਹਿਣ ਦੀ ਉਮੀਦ ਤੱਕ ਨਹੀਂ ਰਹਿੰਦੀ ਸੀ। ਵਿਦਿਆਰਥਣ ਸ਼ਰੂਤੀ ਲੁਟਾਵਾ ਨੇ ਆਪਣੇ ਘਰ ਪਹੁੰਚਣ ਲਈ ਸਰਕਾਰ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਹੈ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਸ਼ਰੂਤੀ। ਮੈਂ ਅਮਲੋਹ ਦੀ ਰਹਿਣ ਵਾਲੀ ਹਾਂ ਤੇ ਮੈਂ ਆਪਣੀ MBBS ਕਰਨ ਵਾਸਤੇ ਯੂਕਰੇਨ ਵਿੱਚ ਗਈ ਸੀ, ਖਾਰਕਿਵ ਸ਼ਹਿਰ ਵਿੱਚ, ਤੇ ਇਹ ਮੇਰਾ 3rd ਈਅਰ ਸੀਗਾ। ਇਹ ਗੱਲ ਸ਼ੁਰੂ ਹੋਈ 23rd ਰਾਤ ਨੂੰ। ਮੈਂ ਨਾਰਮਲ ਜਿਵੇਂ ਲਾਈਫ ਚੱਲ ਰਹੀ ਸੀ ਉਵੇਂ ਜਾ ਰਹੀ ਸੀਗੀ ਤੇ 24 ਦੀ ਸਵੇਰ 4 ਵਜੇ ਇੱਕਦਮ ਬੰਬਾਰਡਮੈਂਟ ਸ਼ੁਰੂ ਹੋਈ, ਬੰਬ ਬਲਾਸਟ ਹੋਣੇ ਸ਼ੁਰੂ ਹੋਏ। ਅਸੀਂ ਸੋਚੇ ਕਿ ਸ਼ਾਇਦ ਕੁਝ ਨਾਰਮਲ ਹੈ। ਮੈਨੂੰ ਘਰੋਂ ਫੋਨ ਆਇਆ ਕਿ ਇੱਕਦਮ ਤੁਸੀਂ ਜਾ ਕੇ ਦੇਖੋ, ਨਿਊਜ਼ ਆ ਰਹੀ ਹੈ ਕਿ ਬੰਬ ਬਲਾਸਟ ਹੋ ਰਹੇ ਤੁਹਾਡੇ ਉੱਥੇ। ਪਹਿਲਾਂ ਵੀ ਨਿਊਜ਼ ਆ ਰਹੀ ਸੀਗੀ ਬਟ ਪਹਿਲਾਂ ਕੁਝ ਹੋਇਆ ਨਹੀਂ ਸੀ ਇੱਦਾਂ ਦਾ। ਉਸ ਤੋਂ ਬਾਅਦ ਅਸੀਂ ਦੇਖਿਆ, ਚੈੱਕ ਕਰਿਆ ਤਾਂ ਇੱਕਦਮ ਨਿਊਜ਼ ਆਈ ਕਿ ਤੁਸੀਂ ਇੱਕ ਮਤਲਬ ਕਿ ਮੈਟਰੋ ਸਟੇਸ਼ਨ ਦੇ ਥੱਲੇ ਜਾਂ ਇਹੋ ਜਿਹੀ ਜਗ੍ਹਾ ਤੇ ਕਿਤੇ ਸ਼ੈਲਟਰ ਲੈ ਲਓ ਤਾਂ ਕਿ ਤੁਸੀਂ ਮਤਲਬ ਕਿ ਕੋਈ ਦਿੱਕਤ ਨਾ ਆਵੇ ਤੁਹਾਨੂੰ। ਅਸੀਂ ਫਟਾਫਟ ਆਪਣਾ ਸਮਾਨ ਚੱਕਿਆ, ਆਪਣੇ ਦੋਸਤਾਂ ਦੇ ਘਰ ਗਏ, ਉੱਥੋਂ ਸਮਾਨ ਪੈਕ ਕਰਕੇ ਖਾਣਾ ਵਾਣਾ ਖਾ ਕੇ ਉੱਥੇ ਸਾਇਰਨ ਵੱਜਣ ਲੱਗ ਗਿਆ ਇੱਕਦਮ। ਉਹਨਾਂ ਨੇ ਸਾਨੂੰ ਮਤਲਬ ਦੱਸਿਆ ਕਿ ਅਗਰ ਇੱਕ ਸਾਇਰਨ ਵੱਜਦਾ ਇਹਦਾ ਮਤਲਬ ਹੈ ਕਿ ਡੇਂਜਰ ਨਜ਼ਦੀਕ ਹੈ, ਅਲਰਟ ਕਰਨ ਵਾਸਤੇ। ਜੇ 2 ਸਾਇਰਨ ਵੱਜ ਰਿਹਾ ਮਤਲਬ ਤੁਸੀਂ ਫਟਾਫਟ ਸ਼ੈਲਟਰ ਦੇ ਅੰਦਰ ਜਾਣਾ ਹੈ, ਕੁਝ ਵੀ ਹੋ ਸਕਦਾ ਹੈ। ਤੇ ਜੇ 3 ਕੰਟੀਨਿਊਸ ਸਾਇਰਨ ਵੱਜ ਰਹੇ ਨੇ ਤਾਂ ਇਹਦਾ ਮਤਲਬ ਹੈ ਕਿ ਤੁਹਾਡੇ ਨਜ਼ਦੀਕ ਹੀ ਕੁਝ ਹੋਇਆ ਤੇ ਤੁਸੀਂ ਜਿੱਥੇ ਹੋ ਉੱਥੇ ਰਹਿਣਾ ਪਊਗਾ ਤੁਹਾਨੂੰ ਉਸ ਟਾਈਮ ਵਾਸਤੇ, ਕਿਉਂਕਿ ਉਸ ਟਾਈਮ ਤੇ ਕੁਝ ਵੀ ਇੱਕਦਮ ਬੰਬ ਬਲਾਸਟ ਹੋ ਸਕਦਾ ਹੈ। ਤੇ ਅਲਰਟ ਵਾਸਤੇ ਸਾਇਰਨ ਵੱਜਿਆ ਸੀ, ਫਟਾਫਟ ਮੈਟਰੋ ਸਟੇਸ਼ਨ ਤੇ ਗਏ, ਉੱਥੇ ਆਰਾਮ ਨਾਲ ਬੈਠੇ ਸੀ। ਪੂਰੀ ਰਾਤ ਉੱਥੇ ਹੀ ਨਿਕਾਲੀ। ਸਾਡੇ ਕੋਲ ਕੁਝ ਖਾਣ ਨੂੰ ਨਹੀਂ ਸੀ ਉਸ ਟਾਈਮ ਤੇ। ਅਗਲੇ ਸਵੇਰ ਅਸੀਂ 6 ਵਜੇ ਵਾਪਸ ਗਏ। ਉੱਥੇ ਕਰਫਿਊ ਲੱਗਦਾ ਸੀਗਾ, ਸਵੇਰ 6 ਵਜੇ ਖੁੱਲਦਾ ਸੀਗਾ ਤੇ ਸ਼ਾਮ ਨੂੰ 4 ਵਜੇ ਲੱਗਦਾ ਸੀ। ਉਹ ਤੋਂ ਬਾਅਦ ਸਵੇਰ ਗਏ, ਅਸੀਂ ਖਾਣਾ ਵਾਣਾ ਖਾਣ ਗਏ, ਅਸੀਂ ਆਪਣੇ ਨਹਾਣ ਗਏ, ਇਹ ਜਿਹਾ ਕੁਛ ਕੰਮ ਕੀਤਾ। ਤੇ ਉਹ ਤੋਂ ਬਾਅਦ ਇੱਕਦਮ ਬੰਬ ਬਲਾਸਟ ਹੋਏ। ਮੈਨੂੰ ਘਰੋਂ ਵੀ ਕਾਲ ਆਈ ਉਸ ਟਾਈਮ ਤੇ। ਮੈਂ ਘਰ ਗੱਲ ਕਰੀ, ਘਰ ਗੱਲ ਕਰਦੇ ਕਰਦੇ ਹੀ ਬੰਬ ਬਲਾਸਟ ਹੋਣ ਲੱਗ ਗਏ। ਕੋਈ ਸਾਇਰਨ ਨਹੀਂ ਵੱਜਿਆ ਉਸ ਤੇ ਅਲਰਟ ਵਾਸਤੇ। ਮੈਂ ਫਟਾਫਟ ਖਾਣਾ ਬਣਾ ਕੇ ਹਟੀ ਸੀ ਤੇ ਖਾਣਾ ਉਦਾਂ ਹੀ ਘਰੇ ਰਹਿ ਗਿਆ। ਖਿੜਕੀਆਂ ਹਿਲ ਰਹੀਆਂ ਸੀਗੀਆਂ, ਪੂਰੀ ਬਿਲਡਿੰਗ ਹਿਲਣ ਲੱਗ ਗਈ ਤੇ ਮੈਂ ਫਟਾਫਟ ਸ਼ੈਲਟਰ ਲਿੱਤਾ। ਪਹਿਲਾਂ ਨੀਚੇ ਗਈ ਤੇ ਦੇਖਿਆ 2 ਮਿੰਟ ਵਾਸਤੇ ਬੰਬਾਰਡਿੰਗ ਰੁਕੀ ਤਾਂ ਮੈਂ ਫਟਾਫਟ ਮੈਟਰੋ ਸਟੇਸ਼ਨ ਦੇ ਨੀਚੇ ਪਹੁੰਚੀ। ਉਸ ਤੋਂ ਬਾਅਦ ਉਹਨਾਂ ਨੇ ਮੈਟਰੋ ਸਟੇਸ਼ਨ ਦੇ ਅੰਦਰ ਵੀ ਸ਼ੀਲਡ ਲਗਾਉਣੀ ਸ਼ੁਰੂ ਕਰਤੀ, ਕਿਉਂਕਿ ਬਹੁਤ ਜ਼ਿਆਦਾ ਜਿਵੇਂ ਉੱਥੇ ਐਡਮਿਨਿਸਟ੍ਰੇਸ਼ਨ ਬਿਲਡਿੰਗਸ ਨੇ ਉਹ ਸਾਰੀਆਂ ਦੇ ਬੰਬ ਬਲਾਸਟ ਹੋਣ ਲੱਗੇ। ਤੇ ਸਾਨੂੰ ਕਿਹਾ ਗਿਆ ਕਿ ਤੁਸੀਂ ਸੀਲ ਦੇ ਅੰਦਰ ਹੀ ਰਹਿਣਾ ਹੈ, ਕੁਝ ਨਹੀਂ ਪਤਾ ਕਿ ਕਿਸ ਟਾਈਮ ਵੀ ਹੋ ਸਕਦਾ ਹੈ। ਮੈਟਰੋ ਸਟੇਸ਼ਨ ਦੇ ਥੱਲੇ ਵੈਸੇ ਤਾਂ ਸੇਫ ਸੀਗਾ, ਪਰ ਜੇ ਉਹ ਨਿਊਕਲੀਅਰ ਅਟੈਕ ਕਰ ਦਿੰਦੇ ਤਾਂ ਕੁਝ ਵੀ ਨਹੀਂ ਬਚਣਾ ਸੀਗਾ। ਤੁਸੀਂ ਪੜ੍ਹਾਈ ਸਟਰੀ ਮੈਂ ਗਈ ਸੀਗੀ 2019 ਦੇ ਵਿੱਚ, ਮੇਰਾ ਫਰਸਟ ਈਅਰ ਸੀਗਾ ਤੇ ਇਸ ਵਾਰ ਮੈਂ 15 ਸਤੰਬਰ ਨੂੰ ਗਈ ਸੀਗੀ। ਤੇ ਹੁਣ ਅੱਜ ਕਿੰਨੇ ਮਹੀਨੇ ਦੀ ਪੜ੍ਹਾਈ ਪੈਂਡਿੰਗ ਰਹਿ ਗਈ ਤੁਹਾਡੀ? ਮੇਰੀ ਹਜੇ 3 ਸਾਲ ਦੀ ਪਈ ਹੈ। ਮੈਂ ਇਸ ਟਾਈਮ 6 ਸਮੈਸਟਰ ਚ। ਕਿੰਨੇ ਉਹ ਇਨਵੈਸਟਮੈਂਟ 6 ਸਮੈਸਟਰ ਪਏ ਆ। ਪੈਸੇ ਕਿੰਨੀ ਇਨਵੈਸਟਮੈਂਟ ਹੋ ਚੁੱਕੀ ਹੈ ਪੜ੍ਹਾਈ ਤੇ? ਮੇਰੇ ਟੋਟਲ ਤੇ 25 ਤੋਂ 30 ਲੱਖ ਲੱਗਨੇ ਸੀਗੇ ਸਟੱਡੀ ਤੇ, ਬਟ ਹਜੇ ਤੱਕ ਫਿਰ ਹਾਫ ਉਹਦਾ। ਕਿੰਨੇ ਬੱਚੇ ਤੁਹਾਡੇ ਨਾਲ ਹੋਰ ਸੀ ਇਸ ਟਾਈਮ ਜਦ ਅਸੀਂ ਇਕੱਠੇ ਰਹਿ ਰਹੇ ਸੀਗੇ ਮੈਟਰੋ ਸਟੇਸ਼ਨ ਚ, ਅਸੀਂ 5 ਬੱਚੇ ਸੀਗੇ। 2 ਰਾਜਸਥਾਨ ਦੇ ਸੀਗੇ, 1 ਪੰਜਾਬ ਦੀ ਸੀਗੀ, ਹੋਰ ਅੰਮ੍ਰਿਤਸਰ ਦੀ ਤੇ 1 ਕੁਰੂਕਸ਼ੇਤਰ ਦੀ ਲੜਕੀ ਸੀ। ਜਦੋਂ ਇਸ ਤਰ੍ਹਾਂ ਦਾ ਮਾਹੌਲ ਬੰਦਾ ਸੀ, ਸਭ ਤੋਂ ਪਹਿਲਾਂ ਕੀ ਚੇਤੇ ਆਉਂਦਾ ਸੀਗਾ, ਕਿਹਨੂੰ ਯਾਦ ਕਰਦੇ ਸੀ? ਕਰਦਿਆਂ ਨੂੰ ਕਿ ਜੇ ਨਾ ਹੋਵੇ, ਮਤਲਬ ਇਹ ਜਿਹਾ ਕੁਝ ਗਲਤੀ ਨਾਲ ਵੀ ਜੇ ਕੁਝ ਹੋ ਜਾਵੇ ਤਾਂ ਉਹਨਾਂ ਦਾ ਕੀ ਹਾਲ ਹੋਊਗਾ, ਜਾਂ ਅਸੀਂ ਉਹ ਕਿਵੇਂ ਭੱਜਣਾ ਹੈ। ਤਾਂ ਉਹ ਸਭ ਕਿਵੇਂ ਅਰੇਂਜਮੈਂਟ ਹੋਇਆ? ਅਸੀਂ 28 ਦੀ ਰਾਤ ਨੂੰ ਸੋਚਿਆ ਕਿ ਅਸੀਂ ਇਸ ਟਾਈਮ ਫਟਾਫਟ ਨਿਕਲਣ ਦੀ ਕੋਸ਼ਿਸ਼ ਕਰਦੇ ਹਾਂ, ਔਰ ਸਾਡਾ ਡਿਸੀਜਨ ਬਹੁਤ ਵਧੀਆ ਸੀ। ਅਸੀਂ ਮੈਟਰੋ ਸਟੇਸ਼ਨ ਦੇ ਟਨਲਸ ਦੇ ਅੰਦਰੋਂ ਦੀ ਪਰਮਿਸ਼ਨ ਲੈ ਕੇ ਨਿਕਲੇ। ਤੇ ਰੋਟੀ ਪਾਣੀ ਦਾ ਪ੍ਰਬੰਧ ਤੁਹਾਨੂੰ? ਰੋਟੀ ਪਾਣੀ ਦਾ ਮੈਟਰੋ ਸਟੇਸ਼ਨ ਤੇ ਕੋਈ ਵੀ ਨਹੀਂ ਸੀਗਾ। ਅਸੀਂ ਖੁਦ ਜਾਂਦੇ ਸੀਗੇ ਖਾਣਾ ਪਕਾਉਣ ਵਾਸਤੇ ਤੇ ਲੈ ਕੇ ਆਉਂਦੇ ਸੀਗੇ ਖਾਣਾ ਪਕਾ ਕੇ। ਆਪਣੇ ਰਿਸਕ ਤੇ ਜਾਣਾ ਪੈਂਦਾ ਸੀ ਉਸ ਟਾਈਮ ਤੇ ਅਸੀਂ ਟਨਲਸ ਦੇ ਵਿੱਚ ਦੀ ਗਏ। ਉੱਥੇ ਨੀਚੇ ਇਲੈਕਟ੍ਰਿਕ ਵਾਇਰਸ ਵੀ ਸੀਗੀਆਂ, ਉਹ ਵੀ ਧਿਆਨ ਨਾਲ ਦੇਖ ਕੇ ਪ੍ਰੋਪਰ ਜਾਣਾ ਪਿਆ ਸਾਨੂੰ। ਤੇ ਕਦੇ ਖੱਡੇ ਵੀ ਸੀਗੇ, ਅੰਧੇਰਾ ਸੀਗਾ, ਕੁਝ ਦਿਖਾਈ ਨਹੀਂ ਦੇ ਰਿਹਾ ਸੀਗਾ ਤੇ ਸਾਨੂੰ ਉਵੇਂ ਜਾਣਾ ਪਿਆ। ਉਸ ਤੋਂ ਬਾਅਦ ਅਸੀਂ ਉੱਥੇ ਟ੍ਰੇਨ ਲਈ, 11:45 ਵਜੇ ਦੀ ਟ੍ਰੇਨ ਸੀਗੀ ਸਾਡੀ। 11:45 ਵਜੇ ਤੋਂ ਫਿਰ ਅਸੀਂ ਲਵੀਵ ਨਾਮ ਦਾ ਸ਼ਹਿਰ ਹੈ ਯੂਕਰੇਨ ਵਿੱਚ। ਮੈਕਸਿਮਮ ਕਿੰਨੀ ਦੇਰ ਭੁੱਖੇ ਰਹੇ ਤੁਸੀਂ? ਅਸੀਂ ਏਦਾਂ ਕੁਝ ਨਹੀਂ ਹੈਗਾ ਕਿਸੇ ਭੁੱਖੇ ਰਹੇ ਸੀ, ਥੋੜਾ ਬਹੁਤ ਮਤਲਬ ਘੱਟ ਥੋੜਾ ਜਿਹਾ ਖਾ ਲਿਆ ਕਿ ਅਸੀਂ ਰਾਤ ਨੂੰ ਵੀ ਥੋੜਾ ਬਹੁਤ ਮਤਲਬ ਮੇਨਟੇਨ ਕਰ ਸਕੀਏ। ਭਾਰਤ ਸਰਕਾਰ ਨੂੰ ਕਿਹੋ ਜਿਹਾ ਕੋਆਪਰੇਸ਼ਨ ਮਿਲੇਗਾ?
ਭਾਰਤ ਸਰਕਾਰ ਨੇ ਬਹੁਤ ਸਾਡੀ ਹੈਲਪ ਕਰੀ ਸਾਨੂੰ। ਸਾਡਾ ਅੱਜ ਹੁਣ ਤੱਕ ਦਾ ਕੋਈ ਪੈਸਾ ਨਹੀਂ ਲੱਗਿਆ, ਇੱਕ ਵੀ ਪੈਸਾ ਨਹੀਂ ਲੱਗਿਆ। ਨਾ ਸਾਡੀ ਟਿਕਟ ਦਾ ਪੈਸਾ ਲੱਗਿਆ, ਨਾ ਸਾਡੀ ਟ੍ਰੇਨ ਦੀ ਟਰੈਵਲਿੰਗ ਦਾ ਪੈਸਾ ਲੱਗਿਆ, ਨਾ ਸਾਡਾ ਰਹਿਣ ਦਾ ਪੈਸਾ ਲੱਗਿਆ। ਮੈਂ ਹੰਗਰੀ ਵੀ ਰਹਿ ਕੇ ਆਈ ਹਾਂ 3 ਦਿਨ, ਤੇ ਸਾਡਾ ਹੋਟਲ ਦੀ ਅਕੋਮੋਡੇਸ਼ਨ ਕੁਝ ਵੀ ਕਿਸੇ ਕੋਈ ਪੈਸਾ ਨਹੀਂ ਲੱਗਿਆ। ਸਾਰਾ ਜੋ ਵੀ ਖਰਚਾ ਸੀਗਾ ਸਾਰਾ ਮੋਦੀ ਦੀ ਗਵਰਨਮੈਂਟ ਨੇ, ਐਮਬੈਸੀ ਨੇ ਸਾਰਾ ਚੁੱਕਿਆ। ਜਿਸ ਤਰ੍ਹਾਂ ਵੀਡੀਓਜ਼ ਆ ਰਹੀਆਂ ਵੀ ਮਿਸਬਿਹੇਵ ਹੋ ਰਿਹਾ ਹੈ ਜਾਂ ਨਹੀਂ ਮੁੰਡਿਆਂ ਨੂੰ sir। ਸਿਰਫ ਐਂਟਰ ਕਰਨ ਦਿੱਤਾ ਜਾ ਰਿਹਾ, ਕੁੜੀਆਂ ਨੂੰ ਐਂਟਰ ਕਰਨ ਦਿੱਤਾ ਜਾ ਰਿਹਾ, ਮੁੰਡਿਆਂ ਨੂੰ ਨਹੀਂ ਲਿਆ ਜਾ ਰਿਹਾ। ਨਹੀਂ ਸਰ, ਐਸਾ ਕੁਝ ਨਹੀਂ। ਸਾਰੇ ਬੱਚੇ ਮੇਰੇ ਨਾਲ ਦੇ ਵੀ ਲੜਕੀਆਂ ਸਾਰੇ ਆਏ ਆ, ਸਾਰੇ ਆਪਣੇ ਘਰ ਸੇਫ ਪਹੁੰਚ ਚੁੱਕੇ ਨੇ। ਪੈਦਲ ਵੀ ਤੁਰਨਾ ਪਿਆ ਤੁਹਾਨੂੰ? ਹਾਂਜੀ ਪੈਦਲ ਤਾਂ ਥੋੜਾ ਬਹੁਤ, ਅਸੀਂ ਤੁਹਾਨੂੰ ਦੱਸਿਆ ਜਿਵੇਂ ਟਨਲਸ ਦੇ ਵਿੱਚ ਥਰੂ ਨਿਕਲਣਾ ਪਿਆ, ਹੁਣ ਥੋੜਾ ਬਹੁਤ ਤਾਂ ਕਰਨਾ ਹੀ ਪੈਂਦਾ ਖੁਦ। ਠੀਕ ਹੈ, ਥੈਂਕ ਯੂ। ਨਹੀਂ ਆ ਸਾਡੇ ਜਿਹੜੀ ਸਾਨੂੰ ਅਰੇਂਜਮੈਂਟ ਦਿੱਤੇ ਗਏ ਉਹ ਸਭ ਕੁਝ ਪ੍ਰੋਪਰ ਤਰੀਕੇ ਨਾਲ ਦਿੱਤੇ ਗਏ। ਸਾਡਾ ਖਿਆਲ ਵੀ ਬਹੁਤ ਅੱਛੇ ਤਰੀਕੇ ਨਾਲ ਰੱਖਿਆ ਗਿਆ, ਬਹੁਤ ਪਿਆਰ, ਮਤਲਬ ਉਹਨਾਂ ਨੇ ਬਹੁਤ ਪਿਆਰ ਨਾਲ ਸਾਨੂੰ ਰੱਖਿਆ ਉੱਥੇ। ਬਾਰਡਰ ਤੱਕ ਕਿਵੇਂ ਪਹੁੰਚੇ ਹੋ? ਕਿਸ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਤਾਂ ਨਹੀਂ ਇਸ ਤਰ੍ਹਾਂ ਦੀ? ਨਹੀਂ ਮੁਸ਼ਕਿਲ ਤੇ ਕੋਈ ਨਹੀਂ ਆਈ, ਬਸ ਇਦਾਂ ਸੀਗਾ ਕਿ ਡਰ ਸੀਗਾ ਕਿਉਂਕਿ ਸਾਨੂੰ ਅਲਰਟ ਆਈ ਜਾ ਰਹੇ ਸੀ ਬਾਰ-ਬਾਰ ਕਿ ਮਿਸਾਈਲ ਗਿਰਨ ਵਾਲੀ ਹੈ, ਤਾਂ ਸਿਰਫ ਉਸੇ ਚੀਜ਼ ਦਾ ਡਰ ਸੀਗਾ, ਬਾਕੀ ਸਾਨੂੰ ਕੋਈ ਡਰ ਨਹੀਂ ਸੀਗਾ। ਅੱਜ ਤੁਸੀਂ ਵਤਨ ਪਰਤੇ ਹੋ ਆਪਣੀ ਫੈਮਿਲੀ ਵਿੱਚ, ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਵਾਪਸ ਆ ਗਏ ਹਾਂ ਸਾਰੇ ਜਾਣੇ ਸੇਫਲੀ, ਔਰ ਇਹ ਸਿਰਫ ਗਵਰਨਮੈਂਟ ਦੇ ਕਾਰਨ ਹੋਇਆ, ਇੰਡੀਅਨ ਐਮਬੈਸੀ ਕਾਰਨ ਹੋਇਆ। ਤੇ ਮੈਂ ਇੱਕ ਅਪੀਲ ਜ਼ਰੂਰ ਕਰਨਾ ਚਾਹੂੰਗੀ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਮੇਰੀ ਸਟੱਡੀ ਹਾਫ ਰਹਿ ਗਈ ਹੈ, ਮੇਰੇ 3 ਇਅਰਸ ਹੋ ਗਏ ਆ, 3 ਬਾਕੀ ਹੈ ਜੇ, ਤੇ ਅਗਰ ਉਹ ਸਾਡੀ ਸਟੱਡੀ ਇੰਡੀਆ ਦੇ ਵਿੱਚ ਪਰਸਿਊ ਹੋ ਸਕੇ ਤਾਂ ਬਹੁਤ ਵਧੀਆ ਹੋਊਗਾ। ਜਿਸ ਤਰ੍ਹਾਂ ਉਹਨਾਂ ਨੇ ਸਾਡੀ ਪਹਿਲਾਂ ਇਸ ਮੁਸ਼ਕਿਲ ਟਾਈਮ ਦੇ ਵਿੱਚ ਹੈਲਪ ਕਰੀ ਹੈ, ਜੇ ਹੁਣ ਵੀ ਕਰਨਗੇ ਤਾਂ ਬਹੁਤ ਖੁਸ਼ੀ ਹੋਊਗੀ, ਸਾਡੇ ਪੈਰੈਂਟਸ ਵੀ ਖੁਸ਼ ਹੋਣਗੇ। ਮਤਲਬ ਹੁਣ ਤੁਸੀਂ ਯੂਕਰੇਨ ਵਾਪਸ ਨਹੀਂ ਜਾਣਾ ਚਾਹੁੰਦੇ? ਵਾਪਿਸ ਨਹੀਂ, ਉੱਥੇ ਜਾਣ ਦਾ ਇੱਕ ਰਿਸਕ ਦੁਬਾਰਾ ਫਿਰ ਹੋ ਸਕਦਾ ਹੈ, ਤਾਂ ਫਿਰ ਦੁਬਾਰਾ ਟੈਨਸ਼ਨ ਹੋਣੀ ਘਰਦਿਆਂ ਨੂੰ। ਤਾਂ ਅਗਰ ਬੈਟਰ ਹੈ ਜੇ ਉਰੇ ਸਾਡੀ ਸਟੱਡੀ ਪਰਸਿਊ ਕਰ ਦਿੱਤੀ ਜਾਵੇ ਤਾਂ ਉਹ ਜ਼ਿਆਦਾ ਬੈਟਰ ਹੈ, ਅਸੀਂ ਘਰਦੇ ਦੇ ਕੋਲ ਵੀ ਰਹਿ